ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਟਹਿਰੇ 'ਚ ਸਰਕਾਰਾਂ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਮੌਜੂਦਾ ਸਮੇਂ ਦੇਸ਼ ਭਰ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਜਿਹੜਾ ਹੈਗਾ ਵੱਧਦਾ ਜਾ ਰਿਹਾ ਹੈ ਤੇ ਵੱਖ-ਵੱਖ ਸੂਬਿਆਂ ਦੀ ਸਰਕਾਰਾਂ ਵੱਲੋਂ ਵੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਸ ਪ੍ਰਦੂਸ਼ਣ ਦੇ ਵੱਧਦੇ ਜਿਹੜਾ ਪੱਧਰ ਪਿੱਛੇ ਪਰਾਲੀ ਨੂੰ ਸਾੜਨਾ ਦੱਸਿਆ ਜਾ ਰਿਹਾ ਹੈ। ਜੇਕਰ ਗੱਲ ਕਰੀਏ ਤਾਂ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀ ਜਿਹੜਾ ਹੈਗਾ ਦਿੱਲੀ ਸਰਕਾਰ ਦੀ ਝਾੜ-ਝੰਬ ਵੀ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ, ਪਰ ਇਸੇ ਦੌਰਾਨ ਇੱਕ ਡਾਟਾ ਸਾਹਮਣੇ ਆਉਂਦਾ ਜੋ ਕਿ ਸਰਕਾਰਾਂ ਦੇ ਦੋਸ਼ਾਂ ਦੇ ਬਿਲਕੁਲ ਉਲਟ ਹੈ। ਅਸੀਂ ਜਾਣਨਾ ਚਾਹਾਂਗੇ ਇਸ ਡਾਟੇ ਦੇ ਵਿੱਚ ਕੀ ਕਿਹਾ ਹੋਇਆ ਗਿਆ ਹੈ ਕਿ ਪ੍ਰਦੂਸ਼ਣ ਵਧਣ ਦੇ ਕਾਰਨ ਕੀ ਹੈ। ਅਸਲ ਦੇ ਵਿੱਚ ਇਹ ਜਿਹੜੇ ਦਿਨ ਆਉਂਦੇ ਨੇ ਜਦੋਂ ਖਾਸ ਤੌਰ 'ਤੇ ਝੋਨੇ ਦੀ ਕਟਾਈ ਹੁੰਦੀ ਹੈ ਅਤੇ ਈਵਨ ਤਿਉਹਾਰ ਵੀ ਹੁੰਦੇ ਨੇ, ਦੀਵਾਲੀ ਜਾਂ ਬਾਕੀ ਦੀਆਂ ਹੋਰ ਵੀ ਹੁੰਦੇ ਨੇ, ਅਤੇ ਇੱਕ ਮੌਸਮ 'ਚ ਤਬਦੀਲੀ ਵੀ ਹੁੰਦੀ ਹੈ ਕਿਉਂਕਿ ਥੋੜ੍ਹਾ ਬਹੁਤ ਠੰਡ ਇੱਕ ਉਸ ਲੈਵਲ 'ਤੇ ਆਉਣ ਲੱਗਦੀ ਹੈ। ਪਰ ਕਿੰਨੇ ਸਾਲਾਂ ਤੋਂ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਸੀ, ਇੱਕ ਬਿਰਤਾਂਤ ਬਣਾਇਆ ਗਿਆ ਕਿ ਇਹ ਸਾਰਾ ਕੰਮ ਦਾ ਜਿਹੜਾ ਇਹਦਾ ਮਤਲਬ ਹੈ ਇਹ ਪੰਜਾਬ, ਹਰਿਆਣਾ ਅਤੇ ਅੱਗੇ ਪੱਛਮੀ ਯੂਪੀ ਦੇ ਕੁਝ ਰਾਜਸਥਾਨ ਦੇ ਹਿੱਸੇ ਦਾ ਇਹ ਜਿਹੜੇ ਪਰਾਲੀ ਨੂੰ ਅੱਗ ਲਾਈ ਜਾਂਦੀ ਆ ਉਹਦਾ ਧੂੰਆਂ ਦਿੱਲੀ ਦੇ ਵਿੱਚ ਆ ਕੇ ਖਰਾਬ ਕਰਦਾ। ਪਹਿਲਾਂ ਤਾਂ ਬਹੁਤ ਸਾਲਾਂ ਤੱਕ ਇਹਨੂੰ ਗੌਲਿਆ ਨਹੀਂ ਗਿਆ ਜੀ, ਪਰ ਉਦੋਂ ਇੱਕ ਵਾਰ ਸ੍ਰੀਲੰਕਾ ਦੀ ਕ੍ਰਿਕਟ ਟੀਮ ਨੇ ਖੇਡਣ ਤੋਂ ਇਨਕਾਰ ਕਰਤਾ ਕਿ ਇੰਨੇ ਧੂਏ 'ਚ ਜਾਂ ਇਹੋ ਜਿਹੇ ਮਾਹੌਲ 'ਚ ਸਾਡੀ ਟੀਮ ਬਿਮਾਰ ਨਹੀਂ ਕਰਨੀ, ਅਸੀਂ ਨਹੀਂ ਖੇਡਣਾ ਜੀ। ਉਦੋਂ ਬਾਅਦ ਗੌਰਮੈਂਟ ਆਫ ਇੰਡੀਆ ਨੂੰ ਲੱਗਿਆ ਕਿ ਸਾਡੀ ਤਾਂ ਦੁਨੀਆ ਪੱਧਰ ਦੇ ਉੱਤੇ, ਹਾਲਾਂਕਿ ਲੋਕ ਦਿੱਲੀ ਦੇ ਵੀ ਅਤੇ ਪੂਰੇ ਦੇਸ਼ ਦੇ ਵੀ ਅਤੇ ਇੱਧਰਲੇ ਆਲੇ ਦੁਆਲੇ ਵੀ ਸ਼ੁਰੂ ਤੋਂ ਇਹ ਕਹਿ ਰਹੇ ਸੀ ਕਿ ਸਮੱਸਿਆ ਤਾਂ ਹੈ, ਸਮੱਸਿਆ ਨੂੰ ਟੈਕਲ ਕਿਵੇਂ ਕਰਨਾ ਉਹਦੇ ਲਈ ਗੌਰਮੈਂਟ ਆਫ ਇੰਡੀਆ ਗੱਲ ਕਰੇ। ਜਦੋਂ ਉਦੋਂ ਪਹਿਲਾਂ ਅਦਾਲਤਾਂ ਜਾਂ ਅਦਾਲਤ ਤੋਂ ਵੀ ਪਹਿਲਾਂ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਜਿੱਥੇ ਕੇਸ ਗਿਆ ਸੀ ਉਹ ਇਹਨਾਂ ਸਰਕਾਰਾਂ ਦੀ ਬੁਲਾ ਕੇ ਝਾੜ ਝੰਬ ਕਰਦਾ ਸੀ। ਇਹ ਸਰਕਾਰਾਂ ਕਹਿ ਰਹੀਆਂ ਸੀ, ਸੂਬਾ ਸਰਕਾਰਾਂ, ਵੀ ਕੇਂਦਰ ਸਰਕਾਰ ਸਾਨੂੰ ਪੈਸੇ ਦੇਵੇ ਇਸ ਕੰਮ ਲਈ। ਸ਼ੁਰੂ ਤੋਂ ਹੀ ਪੰਜਾਬ ਹਰਿਆਣੇ ਦਾ ਕਿਸਾਨ 200 ਰੁਪਏ ਕੁਇੰਟਲ ਬੋਨਸ ਮੰਗਦਾ ਰਿਹਾ ਕਿ ਜੇ ਜਿੰਨੀ ਕੁ ਅਸੀਂ ਅੱਗ ਲਾਉਂਦੇ ਹਾਂ ਇਹਨੂੰ ਹਟਾਉਣ ਦੀ ਜ਼ਿੰਮੇਵਾਰੀ ਸਾਡੀ ਹੈ, ਸਾਨੂੰ ਤੇਲ ਦਾ ਖਰਚਾ ਦੇ ਦਿਓ ਜਿਹੜਾ ਵਾਧੂ ਹੋਣਾ। ਪੰਜਾਬ ਦੀ ਸਰਕਾਰ ਵੀ ਲਿਖ ਕੇ ਕਈ ਵਾਰ ਦਿੰਦੀ ਰਹੀ ਹੈ 100 ਰੁਪਏ ਕੁਇੰਟਲ, ਤਾਂ ਉਦੋਂ ਜਦੋਂ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ ਇਹਨੇ ਵੀ ਮੰਗਿਆ ਸੀ ਜਾਂ ਬਾਕੀ ਨੇ ਵੀ। ਪਰ ਉਹ ਸਾਰਾ ਬਿਰਤਾਂਤ ਹੁਣ ਵੀ ਦਿੱਲੀ ਦੀ ਸਰਕਾਰ ਵੀ ਇਹ ਕਹਿੰਦੀ ਹੈ ਸੁਪਰੀਮ ਕੋਰਟ 'ਚ ਉਹਦੇ ਜਿਹੜੇ ਵਕੀਲ ਨੇ ਕਿ ਪੰਜਾਬ ਅਤੇ ਹਰਿਆਣੇ ਦੀਆਂ ਸਰਕਾਰਾਂ ਨੂੰ ਬੁਲਾ ਕੇ ਇਹਨਾਂ ਤੋਂ ਪਰਾਲੀ ਨੂੰ ਅੱਗ ਲਾਉਣਾ ਬੰਦ ਕਰਵਾਓ। ਤੁਹਾਡਾ ਯਾਦ ਹੈ ਕਿ ਕੇਜਰੀਵਾਲ ਪੰਜਾਬ 'ਚ ਆ ਕੇ ਵੀ ਇਹ ਕਹਿੰਦਾ ਰਿਹਾ ਸਾਡੇ ਕੋਲ ਇਲਾਜ ਹੈ, ਅਸੀਂ ਇੱਕ ਐਸਾ ਕੈਮੀਕਲ ਤਿਆਰ ਕੀਤਾ ਹੈ ਜਿਹੜਾ ਤੁਹਾਡੇ ਖੇਤਾਂ 'ਚ ਆਪਣੇ ਆਪ ਹੀ ਤੁਹਾਡੀ ਬਿਜਲੀ ਇਹਦਾ ਪਰਾਲੀ ਦਾ ਪ੍ਰਬੰਧ ਕਰ ਦੇਗਾ। ਇਹ ਸਾਰੇ ਬਿਰਤਾਂਤ ਦੇ ਵਿੱਚ ਹੀ ਹੁਣ ਇਹਨਾਂ ਦਿਨਾਂ ਦੇ ਵਿੱਚ ਇੱਕ ਰੀਅਲੀ ਮਤਲਬ ਅਸਲੀ ਤੌਰ ਦੇ ਉੱਤੇ ਕੁਝ ਅੰਕੜੇ ਸਾਹਮਣੇ ਆਏ ਨੇ ਜਿਹੜੇ ਅੰਕੜੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇੱਕ ਨਵਾਂ ਬਿਰਤਾਂਤ ਸਿਰਜ ਦਿੰਦੇ ਨੇ। ਉਹ ਨਵਾਂ ਬਿਰਤਾਂਤ ਇਹ ਹੈ ਕਿ ਜਦੋਂ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਜਿਹੜੇ ਤੱਥ ਆਏ ਨੇ ਸਟੱਡੀ ਦੇ ਤੌਰ 'ਤੇ, ਅਧਿਐਨ ਦੇ ਤੌਰ 'ਤੇ, ਖੇਤੀ ਦੇ ਪ੍ਰਦੂਸ਼ਣ ਦਾ 10% ਹੈ ਉਹਦੇ 'ਚ, ਈਵਨ ਪਰਾਲੀ ਵਾਲੇ 2 ਮਹੀਨਿਆਂ ਦਾ ਪਰਾਲੀ ਦਾ 4% ਹੈ ਜਿਹੜਾ ਤੁਹਾਡੇ ਉਸ ਪੱਧਰ 'ਤੇ। ਹਾਲਾਂਕਿ ਚਲੋ ਇਹ ਤਾਂ ਸਟੱਡੀ ਆ ਗਈ, ਇਹ ਤੋਂ ਪਹਿਲਾਂ ਵੀ ਲੋਕ ਇਹ ਕਹਿੰਦੇ ਰਹੇ ਬਹੁਤ, ਜਿਹੜੇ ਪੰਜਾਬ ਵਾਲੇ ਬੰਦੇ ਆਮ ਵੀ, ਜੇ ਆਪਾਂ ਦੇਸੀ ਬੰਦੇ ਨੂੰ ਵੀ ਪੁੱਛਦੇ ਸੀ ਛੱਡੋ ਮਤਲਬ ਕੋਈ ਸਾਇੰਟਿਸਟ ਜਾਂ ਬਾਕੀ, ਉਹ ਕਹਿ ਰਹੇ ਵੀ ਧੂੰਆਂ ਕਿੱਥੇ ਦੀ ਲੰਘ ਕੇ ਚਲਾ ਜਾਂਦਾ ਇਹ, ਇੱਥੇ ਅਸੀਂ ਚੰਡੀਗੜ੍ਹ ਵੀ ਰਹਿੰਦੇ ਹਾਂ, ਇੱਥੇ ਅਸੀਂ ਬਾਕੀ ਜਗ੍ਹਾ ਵੀ ਰਹਿੰਦੇ ਹਾਂ, ਅਤੇ ਇਕੱਲਾ ਦਿੱਲੀਓ ਜਾ ਕੇ ਕਿਉਂ ਖੜ੍ਹਦਾ, ਰਸਤੇ 'ਚ ਕਿਤੇ ਤਾਂ ਧੂੰਆਂ ਮਤਲਬ ਹੋਊਗਾ। ਅੰਬਾਲੇ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਣਾ ਚਾਹੀਦਾ ਹੈ, ਉਦੋਂ ਅਗਲੇ 'ਚ ਬਹੁਤ ਜ਼ਿਆਦਾ ਹੋ ਜੇ ਇਕੱਠਾ ਹੋ ਰਿਹਾ ਜਿਹੜਾ ਜਿੱਥੇ ਪੈਦਾ ਹੋ ਰਿਹਾ ਉੱਥੇ ਤਾਂ ਉਹਦੀ ਡੈਂਸਿਟੀ ਹੈ, ਜਿਹੜੀ ਉਹਦੀ ਸੰਘਣਾਪਣ ਹੈ ਉਹ ਉੱਥੇ ਨਾਲੋਂ ਜ਼ਿਆਦਾ ਹੀ ਹੋਊਗਾ ਜਿੱਥੇ ਦੂਰ ਜਾ ਰਿਹਾ। ਬਿਲਕੁਲ। ਅਤੇ ਉਹ ਉਸ ਗੱਲ ਕਰਕੇ ਹੁਣ ਉਹ ਸਾਬਤ ਹੋ ਗਿਆ। ਸਾਬਤ ਇਸੇ ਕਰਕੇ ਸੁਪਰੀਮ ਕੋਰਟ ਨੇ ਥੋੜ੍ਹਾ ਜਿਹਾ ਇਤਕੀ ਸਖਤੀ ਨਾਲ ਲਿਆ ਕਿ ਤੁਸੀਂ ਜਿਹੜਾ ਵੱਡੇ ਪੱਧਰ 'ਤੇ ਪੋਲੂਸ਼ਨ ਦੇ ਕਾਰਨ ਚੀਜ਼ਾਂ ਨੇ ਉੱਥੇ ਤਾਂ ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ। ਜਿੰਨਾ ਵਾਹਣਾਂ ਦਾ ਪ੍ਰਦੂਸ਼ਣ ਹੈ, ਜਿੰਨਾ ਉਸਾਰੀ ਦੇ ਵਿੱਚ ਜਦੋਂ ਉਹ ਚੀਜ਼ਾਂ ਹੁੰਦੀਆਂ ਨੇ, ਉਹਦਾ ਰੇਤੇ ਦਾ, ਪੱਥਰ ਤੋੜਨ ਦਾ, ਬਾਕੀ ਘਰਾਂ ਦਾ ਡਿਗਾਉਣ ਦਾ, ਕਰਨ ਦਾ, ਉਹ ਪ੍ਰਦੂਸ਼ਣ ਹੈ। ਅਤੇ ਜਿੰਨੇ ਬਾਕੀ ਦੇ ਹੋਰ ਜਿਹੜੇ ਵੱਖ-ਵੱਖ ਕਾਰਨ ਨੇ ਪ੍ਰਦੂਸ਼ਣ ਦੇ, ਉਹ ਤੁਸੀਂ ਕਦੋਂ ਰੋਕੋਗੇ? ਇਸੇ ਲਈ ਉਹ ਸੁਪਰੀਮ ਕੋਰਟ ਦੀ ਹਦਾਇਤ 'ਤੇ ਦਿੱਲੀ ਸਰਕਾਰ ਨੂੰ ਕਿਹਾ ਗਿਆ ਕਿ ਤੁਸੀਂ ਬੱਚਿਆਂ ਦੀਆਂ ਗੱਡੀਆਂ ਬੰਦ ਕਰੋ, ਬੱਚਿਆਂ ਨੂੰ ਘਰ ਤੋਂ ਕਰਾ ਦਿਓ ਉਨੇ ਦਿਨ, ਅਤੇ ਸਕੂਲ ਬੰਦ ਕਰੋ, ਜਾਂ ਵੱਖ-ਵੱਖ ਟਾਈਪ ਦੇ ਦਫ਼ਤਰਾਂ ਦੇ ਵਿੱਚ ਆਉਣ ਦਾ ਕੋਈ ਪ੍ਰਕਿਰਿਆ ਬੰਦ ਕਰੋ, ਬਾਕੀ ਕਰੋ। ਉਹ ਸਾਰਾ ਕੁਝ ਹੁੰਦਾ ਰਿਹਾ ਅਤੇ ਹੁਣ ਮੇਰਾ ਨਹੀਂ ਖਿਆਲ ਕਿ ਕੋਈ ਜਵਾਬ ਬਚਿਆ ਹੈ ਕੇਂਦਰ ਦੀ ਸਰਕਾਰ ਕੋਲ ਅਤੇ ਜਾਂ ਦਿੱਲੀ ਦੀ ਸਰਕਾਰ ਕੋਲ। ਅਤੇ ਇੱਕ ਗੱਲ ਜ਼ਰੂਰ ਇਹਦੇ 'ਚੋਂ ਸਾਬਤ ਹੁੰਦੀ ਹੈ ਵੀ ਜੇਕਰ ਸਾਬਤ ਹੋ ਜਾਏ ਜਿਹੜੀ ਚੀਜ਼ ਦੇ ਤੱਥ ਸਾਹਮਣੇ ਆ ਜਾਣ
ਤਾਂ ਘੱਟੋ ਘੱਟ ਉਹਨਾਂ ਸਰਕਾਰਾਂ ਨੂੰ ਜਾਂ ਉਹਨਾਂ ਬੁੱਧੀਜੀਵੀਆਂ ਨੂੰ ਜਾਂ ਉਹਨਾਂ ਮਾਹਰਾਂ ਨੂੰ ਜਿਹੜੇ ਇਹ ਇਲਜ਼ਾਮ ਲਾਉਂਦੇ ਨੇ ਉਹਨਾਂ ਨੂੰ ਮਾਫੀ ਤਾਂ ਮੰਗਣੀ ਚਾਹੀਦੀ ਹੈ ਨਾ, ਜੇ ਹੋਰ ਕੁਝ ਨਹੀਂ। ਜੀ ਤੁਸੀਂ ਇੱਕ ਧਿਰ ਨੂੰ ਬਦਨਾਮ ਕੀਤਾ, ਤੁਸੀਂ ਸੂਬਿਆਂ ਨੂੰ ਬਦਨਾਮ ਕੀਤਾ, ਸੂਬਿਆਂ ਤੋਂ ਵੀ ਅੱਗੇ ਜਾ ਕੇ ਕਿਸਾਨ ਨੂੰ ਬਦਨਾਮ ਕੀਤਾ। ਔਰ ਇਹ ਚੀਫ ਜਸਟਿਸ ਨੇ ਕਿਹਾ ਵੀ ਸੀ ਵੀ ਅੱਜ ਕੱਲ੍ਹ ਇਹ ਇੱਕ ਆਸਾਨ ਜਿਹਾ ਜੁਮਲਾ ਬਣ ਗਿਆ ਕਿ ਜਿਹੜੀ ਗੱਲ ਤੇ ਤੁਹਾਨੂੰ ਨਹੀਂ ਲੱਗਦੀ ਕਿ ਇਹ ਠੀਕ ਆ, ਉਹ ਕਿਸਾਨਾਂ ਦੇ ਗਲ ਮੱਟ ਦਿਓ। ਜੀ ਮਤਲਬ ਇੱਕ ਆਮ ਗੱਲ ਜਿਹੜੀ ਵਾਪਰ ਜਾਂਦੀ ਹੈ, ਕਿਉਂਕਿ ਉਹ ਉਸ ਪੱਧਰ ਤੇ ਤੁਹਾਨੂੰ ਆ ਕੇ ਕੋਰਟ 'ਚ ਡਿਫੈਂਡ ਨਹੀਂ ਕਰ ਸਕਦਾ। ਤੁਸੀਂ ਆਪਣੀ ਚਮੜੀ ਬਚਾ ਲਓ। ਬਿਲਕੁਲ। ਹੁਣ ਇਹ ਪਰਾਲੀ ਦਾ ਮਤਲਬ ਇਹ ਨਹੀਂ ਕਿ ਪਰਾਲੀ ਦਾ ਪ੍ਰਦੂਸ਼ਣ ਨਹੀਂ ਹੁੰਦਾ, ਪਰਾਲੀ ਅੱਗ ਐਂ ਲੱਗਦੀ ਰਹੇ ਤਾਂ ਵੀ ਠੀਕ ਹੈ, ਇਹ ਕੋਈ ਨਹੀਂ ਕਹਿੰਦਾ ਜੀ। ਤੇ ਜਿਹੜੀ ਤਰੀਕਾ ਵੀ ਅਪਣਾਇਆ ਗਿਆ ਪਰਾਲੀ ਨੂੰ ਵਿਉਂਤਣ ਦਾ, ਇਹਨਾਂ ਨੇ ਜਿਹੜਾ ਕੇਂਦਰ ਸਰਕਾਰ ਨੇ ਵੀ ਉਸ ਸ੍ਰੀਲੰਕਾ ਵਾਲੀ ਟੀਮ ਤੋਂ ਬਾਅਦ ਕੁਝ ਪੈਸੇ ਰੱਖਣੇ ਸ਼ੁਰੂ ਕੀਤੇ ਕਿ ਪੰਜਾਬ ਨੂੰ, ਹਰਿਆਣੇ ਨੂੰ ਤੇ ਇਹਨਾਂ ਨੂੰ ਵੰਡ ਕੇ ਦਿਓ ਤਾਂ ਕਿ ਅੱਗ ਲੱਗਣੀ ਘਟੇ। ਉਹ ਵੀ ਉਹਦਾ ਮਾਡਲ ਵੀ ਜਿਹੜਾ ਮਾਡਲ ਹੈ ਉਹ ਮਾਡਲ ਕੋਈ ਅੱਗ ਬੁਝਾਉਣ ਵਾਲਾ ਘੱਟ ਹੈ। ਉਹ ਮਾਡਲ ਤੋਂ ਇਲਾਵਾ ਹੋਰ ਜਿਹੜੇ ਬਦਲਨੇ ਉਹ ਸਗੋਂ ਉਦੋਂ ਸੌਖੇ ਸੀ। ਜੀ ਇਹਦੇ 'ਚ ਮਾਡਲ 'ਚ ਕੀ ਕੀਤਾ ਕਿ ਕੁਝ ਪੈਸਾ ਤਾਂ ਰੱਖ ਲਿਆ ਕਿ ਤੁਸੀਂ ਪ੍ਰਚਾਰ ਕਰਨਾ ਹੈ, ਸਕੂਲਾਂ ਦੇ ਬੱਚਿਆਂ ਨੂੰ, ਕਾਲਜਾਂ ਦੇ ਟੀਚਰਾਂ ਨੂੰ, ਪਿੰਡਾਂ 'ਚ ਭੇਜਣਾ ਕਿਸਾਨਾਂ ਨੂੰ, ਇਹ ਕਹਿਣ ਦੱਸਣ ਲਈ ਕਿ ਕਿਉਂ ਇਸ ਪਰਾਲੀ ਅੱਗ ਲਾਉਣ ਦੇ ਨਾਲ ਜੀਵ ਮਰ ਜਾਂਦੇ ਨੇ, ਉਤਪਾਦਕਤਾ 'ਤੇ ਫਰਕ ਪੈਂਦਾ ਹੈ, ਧਰਤੀ ਦੀ ਪੂਰੀ ਦੀ ਤਹਿ ਫੁੱਕ ਜਾਂਦੀ ਹੈ, ਬੜੀਆਂ ਚੀਜ਼ਾਂ ਦੱਸੋ। ਜੀ ਪਰ ਉਹ ਇਹ ਕਹਿ ਰਿਹਾ ਕਿ ਭਾਈ ਸਾਹਿਬ ਇਹ ਤੁਸੀਂ ਤਾਂ ਬਾਹਰੋਂ ਆਏ ਹੋ, ਮੈਨੂੰ ਪਤਾ ਹੈ ਸਾਰਾ ਕੁਛ, ਇਹੋ ਜਿਹੀ ਕੋਈ ਗੱਲ ਨਹੀਂ ਕਿ ਮੈਨੂੰ ਪਤਾ ਨਹੀਂ। ਮੈਂ ਇਹ ਕਹਿ ਰਿਹਾ ਕਿ ਮੇਰਾ ਇਲਾਜ ਕਰ ਦਿਓ, ਮੇਰੇ ਕੋਲ ਉਹ ਪੈਸੇ ਨਹੀਂ ਜਿੰਨਾ ਤੁਸੀਂ ਡੀਜ਼ਲ ਵਧਾਤਾ, ਜਿੰਨਾ ਬਾਕੀ ਹੈ ਮੈਨੂੰ ਤਾਂ 200 ਰੁਪਏ ਕੁਆਂਟਲ ਦੇ ਦਿਓ। ਜੀ ਬਿਲਕੁਲ। ਹੁਣ ਇੱਕ ਇਲਾਜ ਤਾਂ ਉਹਦਾ ਇਹ ਸੀ ਕਿ ਗੌਰਮੈਂਟਾਂ ਰਲ ਕੇ ਕਿਸਾਨ ਨੂੰ ਪੈਸੇ ਦੇ ਦਿੰਦੀਆਂ, ਨਾਲੇ ਉਹਨਾਂ ਦੀ ਸਰਦਰਦੀ ਖਤਮ, ਨਾਲੇ ਇਹਨਾਂ ਦੀ। ਔਰ ਜੇ ਸੋਸ਼ਲ ਕਾਸਟ ਵੀ ਦੇਖੋ, ਜੀ ਜਿੰਨੇ ਬੰਦੇ ਇਹਨਾਂ ਧੂਏ ਕਰਕੇ ਸਾਹ ਵਾਲੇ, ਦਮੇ ਵਾਲੇ, ਵੱਖ-ਵੱਖ ਬਿਮਾਰ ਹੁੰਦੇ ਨੇ, ਜਿੰਨਾ ਪੈਸਾ ਉਹ ਡਾਕਟਰਾਂ 'ਤੇ ਖਰਚ ਕਰਦੇ ਨੇ, ਜਾ ਕੇ ਡਾਕਟਰਾਂ ਨੂੰ ਦਿੰਦੇ ਨੇ, ਜਾਂ ਮੈਡੀਸਨ 'ਤੇ, ਡਰੱਗ ਇੰਡਸਟਰੀ ਚੱਲਦੀ ਹੈ। ਅਤੇ ਜੇ ਉਦੋਂ ਤੋਂ ਵੀ ਬਹੁਤ ਥੋੜ੍ਹਾ ਪੈਸਾ ਲੱਗਦਾ ਕਿਸਾਨਾਂ ਨੂੰ ਦੇ ਕੇ ਅੱਗ ਲੱਗਣੀ ਬੰਦ ਹੁੰਦੀ ਹੈ, ਤਾਂ ਸਮਾਜ ਨੂੰ, ਸਰਕਾਰਾਂ ਨੂੰ, ਸਭ ਨੂੰ ਫਾਇਦਾ ਹੈ ਕਿ ਨਹੀਂ? ਬਿਲਕੁਲ। ਫਿਰ ਉਹ ਤਰੀਕਾ ਕਿਉਂ ਨਹੀਂ ਅਪਣਾਇਆ, ਮਤਲਬ ਜਿਹੜਾ ਤਰੀਕਾ ਕਿਸਾਨ ਕਹਿੰਦਾ। ਅਤੇ ਦੂਜਾ ਤਰੀਕਾ ਇਹ ਵੀ ਸੀ ਕਿ ਤੁਸੀਂ ਮਨਰੇਗਾ ਵਾਲੇ ਬੰਦਿਆਂ ਨੂੰ ਲਾ ਲਓ ਵਿੱਚ, ਬਾਕੀ ਚੀਜ਼ਾਂ ਲਾ ਲਓ, ਮੈਨੂਅਲੀ ਮਨਰੇਗਾ ਮਜ਼ਦੂਰਾਂ ਨੂੰ ਲਾਓ, ਨਾਲੇ ਦਿਹਾੜੀ ਮੈਨੂੰ 100 ਦਿਨ ਦਾ ਰੁਜ਼ਗਾਰ ਦੀ ਬਜਾਏ ਤੁਸੀਂ 22-23 ਦਿਨਾਂ 'ਤੇ ਖੜ੍ਹੇ ਹੋ, ਅਤੇ ਉਹਨਾਂ ਨੂੰ ਕਹੋ ਵੀ ਤੁਸੀਂ ਪਰਾਲੀ ਚੱਕ ਕੇ ਬਾਹਰ ਕੱਢਣੀ ਹੈ, ਤੁਹਾਨੂੰ ਦਿਹਾੜੀ ਮਿਲੂਗੀ। ਜੀ ਫਿਰ ਵੀ ਰੁਜ਼ਗਾਰ ਵੀ ਪੈਦਾ ਹੋਇਆ, ਪ੍ਰਦੂਸ਼ਣ ਵੀ ਨਾ ਹੋਇਆ, ਅਤੇ ਤੁਹਾਡੇ ਪੈਸੇ ਵੀ ਘੱਟ ਲੱਗੇ। ਅਤੇ ਤੀਜਾ ਹੁਣ ਕਰ ਤੁਸੀਂ ਦਿੱਤਾ ਕਿ ਅਸੀਂ ਤਾਂ ਮਸ਼ੀਨਾਂ ਦਿਆਂਗੇ। ਮਸ਼ੀਨਾਂ ਦਾ ਮਤਲਬ ਤੁਸੀਂ ਕਾਰਪੋਰੇਟਰ ਨੂੰ ਫਾਇਦਾ ਦੇਣਾ, ਇੰਡਸਟਰੀਲਿਸਟ ਨੂੰ ਫਾਇਦਾ ਦੇਣਾ, ਬਾਕੀ ਲੋਕਾਂ ਨੂੰ ਨਹੀਂ ਦੇਣਾ। ਔਰ ਉਹ ਮਸ਼ੀਨਾਂ ਦੇ ਵਿੱਚ ਵੀ ਘਪਲਾ ਕਿਸ ਹੱਦ ਤੱਕ ਹੈ, ਅੱਗ ਲੱਗ ਚੁੱਕੀ ਹੈ, ਜੇ ਮਸ਼ੀਨਾਂ ਗਈਆਂ ਹੀ ਨਹੀਂ। ਬਹੁਤ ਪੰਜਾਬ ਦੇ ਜ਼ਿਲ੍ਹਿਆਂ 'ਚੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ। ਔਰ ਲੋਕ ਕਹਿੰਦੇ ਨੇ ਉਹ ਮਸ਼ੀਨ ਕਿੱਥੇ ਹੈ ਜੀ ਜਿਹੜੀ ਤੁਸੀਂ ਸਬਸਿਡੀ 'ਤੇ ਦੇਣੀ ਸੀ, ਹੁਣ ਤਾਂ ਝੋਨੇ ਦਾ ਕੰਮ ਤਾਂ ਖਤਮ ਹੋ ਗਿਆ ਸਾਰਾ। ਅਤੇ ਕਿਹੜੇ ਸਮੇਂ ਦਿੰਦੇ ਹੋ, ਜੇ ਉਹ ਲੇਟ ਦਿੰਦੇ ਹੋ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਅਤੇ ਉਹ ਜ਼ਿੰਮੇਵਾਰੀਆਂ ਤਾਂ ਸਟੇਟ ਗੌਰਮੈਂਟ 'ਚ ਵੀ ਹੋਣੀਆਂ ਚਾਹੀਦੀਆਂ ਨੇ। ਜੀ ਮਨਿਸਟਰ ਤੋਂ ਲੈ ਕੇ, ਐਗਰੀਕਲਚਰ ਮਨਿਸਟਰ ਤੋਂ ਲੈ ਕੇ, ਈਵਨ ਚੀਫ ਮਨਿਸਟਰ ਤੋਂ ਲੈ ਕੇ ਹੇਠਲੇ ਸਾਰੇ ਅਧਿਕਾਰੀਆਂ ਨੂੰ ਇਹਦੇ 'ਤੇ ਜਵਾਬਦੇਹ ਹੋਣਾ ਚਾਹੀਦਾ। ਲੋਕਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਕੀ ਕਾਰਨ ਹੈ ਕਿ ਇਹਦੇ 'ਚ ਦੇਰੀ ਹੋ ਗਈ ਹੈ। ਫੈਸਲਾ ਤੁਸੀਂ ਜਦੋਂ ਪੈਸੇ ਤੁਹਾਡੇ ਕੋਲ ਪਏ ਸੀ ਸਮੇਂ ਸਿਰ, ਜਿਹੜਾ ਕਿ ਤੁਸੀਂ ਆਪ ਅਪਣਾਉਣਾ ਚਾਹੁੰਦੇ ਹੋ ਤਰੀਕਾ, ਉਹ ਵੀ ਲਾਗੂ ਠੀਕ ਤਰੀਕੇ ਨਾਲ ਕਿਉਂ ਨਹੀਂ ਹੋ ਰਿਹਾ? ਇਹ ਵੱਡੇ ਸਵਾਲ ਨੇ ਜਿਹਦੇ 'ਚ ਕਰਪਸ਼ਨ ਵੀ ਇਨਵੋਲਵ ਹੋ ਸਕਦੀ ਹੈ, ਜਿਹਦੇ 'ਚ ਲਾਪਰਵਾਹੀ ਵੀ ਇਨਵੋਲਵ ਹੋ ਸਕਦੀ ਹੈ, ਜਿਹਦੇ 'ਚ ਬਦ ਇੰਤਜ਼ਾਮੀ ਵੈਸੇ ਹੀ ਜਿਹੜੀ ਹੈ ਤੁਹਾਨੂੰ ਆਉਂਦਾ ਹੀ ਨਾ ਹੋਵੇ ਕੰਮ ਕਰਨਾ, ਇਹ ਵੀ ਹੋ ਸਕਦਾ। ਕਿੰਨੇ ਹੀ ਰੀਜਨ ਹੋ ਸਕਦੇ ਨੇ। ਜੀ ਹਮੀਰ ਜੀ, ਪੰਜਾਬ ਦੇ ਕਿਸਾਨਾਂ ਨੂੰ ਇਸ ਸਮੇਂ ਜੇਕਰ ਦੇਖੀਏ ਤਾਂ ਇੱਕ ਡੀਏਪੀ ਖਾਦ ਦੀ ਕਿੱਲਤ ਦਾ ਵੱਡੇ ਪੱਧਰ 'ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਭਰ ਦੇ ਵਿੱਚ ਡੀਏਪੀ ਦੀ ਪਹੁੰਚ ਨਹੀਂ ਹੋ ਪਾ ਰਹੀ ਜਿੰਨੀ ਕਿ ਲੋੜ ਹੈ। ਅਤੇ ਦੂਜੇ ਪਾਸੇ ਦੇਖੀਏ ਤਾਂ ਕਣਕ ਦੀ ਬਿਜਾਈ ਦਾ ਜਿਹੜਾ ਮੌਸਮ ਵੀ ਆ ਉਹ ਵੀ ਬਹੁਤ ਨਜ਼ਦੀਕ ਆ ਚੁੱਕਿਆ। ਅਸੀਂ ਜਾਣਨਾ ਚਾਹਾਂਗੇ ਡੀਏਪੀ ਖਾਦ ਦੀ ਜਿਹੜੀ ਪਹੁੰਚ ਦੇਰੀ ਹੋ ਰਹੀ ਹੈ, ਉਸ ਨਾਲ ਕਣਕ ਦੇ ਸੀਜ਼ਨ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ? ਬਹੁਤ ਵੱਡਾ ਅਸਰ ਪੈਂਦਾ ਹੈ, ਕਿਉਂਕਿ ਆਲੂ ਅਤੇ ਕਣਕ ਜੀ ਦੋਨੇ ਫਸਲਾਂ ਨੂੰ ਬੀਜਣ ਦੇ ਨਾਲ ਡੀਏਪੀ ਕੇਰਨਾ ਪੈਂਦਾ, ਉਹਦੇ ਵਿੱਚ ਨਾਲ ਦੀ ਨਾਲ ਹੀ ਕਰਨਾ ਪੈਂਦਾ। ਹੁਣ ਜੇ ਡੀਏਪੀ ਤੁਹਾਡੇ ਕੋਲ ਨਹੀਂ ਹੈ, ਤੁਸੀਂ ਬਿਨਾਂ ਉਹਦੇ ਤੋਂ ਕਣਕ ਬੀਜ ਦਿੰਦੇ ਹੋ ਮੰਨ ਲਓ, ਤਾਂ ਉਹ ਜਿਹੜੀ ਮੈਲ ਨਿਊਟ੍ਰੀਸ਼ਨ ਵਰਗੀ ਹੋ ਜਾਂਦੀ। ਜਿਵੇਂ ਆਪਾਂ ਕਹਿੰਦੇ ਨਾ ਬੱਚੇ ਅਤੇ ਬਾਕੀ ਜਿਹੜੇ ਪੂਰੀ ਖਾਦ ਖੁਰਾਕ ਨਾ ਮਿਲੇ ਤਾਂ ਉਹਦਾ ਕੱਦ ਨਹੀਂ ਵੱਧਦਾ, ਉਹਦਾ ਭਾਰ ਛੋਟਾ ਰਹਿ ਜਾਂਦਾ, ਉਹਦਾ ਬਾਕੀ ਦੀਆਂ ਚੀਜ਼ਾਂ। ਉਵੇਂ ਇਹ ਜੈਵਿਕ ਚੀਜ਼ਾਂ ਨੇ ਜਿਹੜੀਆਂ ਇਹ ਫਸਲਾਂ ਨੇ, ਜੇ ਪ੍ਰੋਪਰ ਰੂਪ ਦੇ ਵਿੱਚ ਉਹਨੂੰ ਨਹੀਂ ਖੁਰਾਕ ਮਿਲਦੀ, ਜਿਹੜੀ ਖੁਰਾਕ ਦੀ ਉਹਦੀ ਲੋੜ ਬਣ ਗਈ ਹੈ, ਤਾਂ ਉਹਦਾ ਝਾੜ ਅਤੇ ਉਹਦੀ ਗਰੋਥ 'ਤੇ ਫਰਕ ਪਊਗਾ। ਇਹਦਾ ਪਤਾ ਲਾਸਟ 'ਚ ਜਾ ਕੇ ਲੱਗਦਾ। ਹੁਣ ਇੱਕ ਤਾਂ ਇਹ ਹੈ ਕਿ ਉਹ ਤੋਂ ਬਿਨਾਂ ਬੀਜ ਦਿਓ। ਜੇ ਉਹ ਤੋਂ ਬਿਨਾਂ ਨਹੀਂ ਬੀਜਦੇ, ਤੁਸੀਂ ਡੀਏਪੀ ਉਡੀਕਦੇ ਰਹਿੰਦੇ ਹੋ ਅਤੇ ਲੇਟ ਹੋ ਜਾਂਦੇ ਹੋ। ਨਾਰਮਲੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ,
ਉਹਦਾ ਜਿਹੜਾ ਇੱਕ ਕੈਲੰਡਰ ਤੈਅ ਕੀਤਾ ਹੁੰਦਾ ਕਿਹੜੀ ਫਸਲ ਕਿੰਨੇ ਤੋਂ ਕਿੰਨੇ ਤਰੀਕ ਤੱਕ ਬੀਜੀ ਜਾ ਸਕਦੀ ਹੈ। ਜੀ। ਕੱਲ 15 ਤਰੀਕ ਸੀ, 15 ਨਵੰਬਰ, ਇਹ ਲੰਘ ਗਿਆ, ਨਾਰਮਲ ਪੀਰੀਅਡ ਲੰਘ ਗਿਆ, ਮਤਲਬ 15 ਨਵੰਬਰ ਤੱਕ ਕਣਕ ਦੀ ਬਿਜਾਈ ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਅਜੇ 50% ਬਿਜਾਈ ਹੋਈ ਹੈ ਕਣਕ ਦੀ, 50% ਬਿਜਾਈ ਹੋਈ ਹੈ ਜੀ। ਬਾਕੀ 50% ਇਹਦਾ ਮਤਲਬ ਲੇਟ ਹੋ ਰਹੀ ਹੈ ਕਿਸੇ ਨਾ ਕਿਸੇ ਰੂਪ 'ਚ। ਬਿਲਕੁਲ। ਔਰ ਜੇ ਉਹਦਾ ਵੱਡਾ ਕਾਰਨ DAP ਹੈ ਤਾਂ ਉਸ ਝਾੜ ਦਾ, ਕਿਸਾਨਾਂ ਦੀ ਆਮਦਨ ਦਾ, ਬਾਕੀ ਲੋਕਾਂ ਦਾ ਜਿਹੜਾ ਸਟੇਟ ਨੂੰ ਲਾਸ ਹੋਏਗਾ, ਉਹਦਾ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਜਿਹੜੀ ਸਰਕਾਰ ਨੇ ਇਹ ਵਿਉਂਤਬੰਦੀ ਕਰਕੇ ਸਮੇਂ ਸਿਰ DAP ਪਹੁੰਚਾਉਣਾ ਸੀ, ਉਹ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਔਰ ਜਦੋਂ ਕਿਸਾਨ ਲੀਡਰ ਇਦੋਂ ਪਹਿਲਾਂ ਜਿੰਨੇ ਵਾਰ ਤਾਲਮੇਲ ਕਰਦੇ ਰਹੇ ਸਰਕਾਰ ਦੇ ਨਾਲ, ਰੋਜ਼ ਧਰਨਿਆਂ 'ਤੇ ਇਹੀ ਗੱਲ ਬੋਲੀ ਜਾਂਦੀ ਹੈ, ਅਤੇ ਇਦੋਂ ਪਹਿਲਾਂ ਵੀ ਧਰਨੇ ਮੁਜ਼ਾਹਰੇ ਵੀ ਹੋਏ ਨੇ ਕਿ ਤੁਸੀਂ ਮੌਕੇ 'ਤੇ ਲਿਆਓ, ਮੌਕੇ 'ਤੇ DAP ਲਿਆਓ। ਪਹਿਲਾਂ ਕਹਿੰਦੇ ਨੇ ਨਹੀਂ ਕੋਈ ਨਹੀਂ, ਸਭ ਕੁਝ ਆ ਜਾਊਗਾ, ਪਰ ਆਇਆ ਕੁਝ ਵੀ ਨਹੀਂ। ਅਤੇ ਕਿਸਾਨ ਲੀਡਰ ਕਹਿੰਦੇ ਨੇ ਚੀਫ ਮਿਨਿਸਟਰ ਤੋਂ ਲੈ ਕੇ ਮੰਤਰੀ ਤੱਕ ਹੁਣ ਟੈਲੀਫੋਨ ਨਹੀਂ ਚੱਕਦੇ ਜੀ। ਅਤੇ ਅੱਜ ਇੱਕ ਮੀਟਿੰਗ ਸੱਦੀ ਸੀ DAP ਦੇ ਸੰਕਟ ਦੇ, ਪਰ DAP ਚੁਟਕੀ 'ਚ ਤਾਂ ਨਹੀਂ ਤੁਸੀਂ ਕਰ ਸਕਦੇ ਨਾ, ਲਿਆ ਸਕਦੇ ਕਿਤੋਂ। ਆਫਟਰ ਆਲ ਕਿਤੇ ਬੰਦਰਗਾਹ 'ਤੇ ਆਏਗਾ, ਫਿਰ ਬੰਦਰਗਾਹ ਤੋਂ ਟ੍ਰੇਨ 'ਚ ਆਊਗਾ, ਟ੍ਰੇਨ ਤੋਂ ਤੁਹਾਡੇ ਆ ਕੇ ਕਿਤੇ ਸ਼ਹਿਰ ਦੇ ਵਿੱਚ ਫੜ ਲੱਗੂਗਾ, ਉਦੋਂ ਬਾਅਦ ਉਹ ਟਰੱਕਾਂ ਰਾਹੀਂ ਕਿਸੇ ਪਿੰਡਾਂ 'ਚ ਪਹੁੰਚਾਓਗੇ। ਇਹ ਘੱਟੋ ਘੱਟ ਵੀ 8-10 ਦਿਨ ਦੀ ਪ੍ਰਕਿਰਿਆ ਹੈ ਜੇ ਜਗ੍ਹਾ ਕਿਤੋਂ ਵੀ ਆਏਗਾ ਅਤੇ ਕਿਤੇ ਪਹੁੰਚਾਉਣਾ ਹੈ ਜੀ। ਇਹ ਜਿਹੜਾ ਜਿੱਡੇ ਵੱਡੇ ਮਾਮਲੇ ਨੇ, ਜਿਵੇਂ ਇੱਕ ਧਾਰਨਾ ਚੱਲਦੀ ਹੈ ਖੇਤੀਬਾੜੀ 'ਚ ਕਿ ਖੇਤੀਬਾੜੀ 'ਚ ਕੱਲ੍ਹ ਨਹੀਂ ਆਉਂਦਾ ਕਦੇ, ਜਿਹੜਾ ਅੱਜ ਕੰਮ ਆ ਅੱਜ ਹੀ ਕਰਨਾ ਪੈਂਦਾ, ਕਿਉਂਕਿ ਤੁਸੀਂ ਜੈਵਿਕ ਚੀਜ਼ ਨਾਲ ਸਿੱਝ ਰਹੇ ਹੋ। ਤੁਸੀਂ ਕੋਈ ਇਹੋ ਜਿਹੀ ਮਸ਼ੀਨ ਨਾਲ ਨਹੀਂ ਸਿੱਝ ਰਹੇ ਕਿ ਅੱਜ ਖੜ ਗਈ ਕੱਲ੍ਹ ਨੂੰ ਸੰਵਾਰ ਲਾਂਗੇ, ਕੱਲ੍ਹ ਨੂੰ ਖੜ ਗਈ ਪਰਸੋਂ ਨੂੰ ਸੰਵਾਰ ਲਾਂਗੇ। ਇੱਕ ਦਿਨ ਮੈਟਰ ਕਰਦਾ ਉਸ ਸਾਰੇ ਮਾਮਲੇ ਦੇ ਵਿੱਚ। ਉਨੀ ਗੰਭੀਰਤਾ ਸਾਡੇ ਹੁਕਮਰਾਨਾਂ 'ਚ ਨਹੀਂ ਅਜੇ ਦਿਖਾਈ ਦੇ ਰਹੀ। ਹਮੀਰ ਜੀ, ਪੰਜਾਬ ਭਾਜਪਾ ਦਾ ਵਫਦ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਇਆ ਸੀ, ਜਿਸ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੋਲ੍ਹਣ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਵੱਲੋਂ 18 ਨਵੰਬਰ ਨੂੰ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨੂੰ ਜਿਹੜਾ ਹੈਗਾ ਐਲਾਨ ਕਰ ਦਿੱਤਾ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਤੇ ਅਸੀਂ ਇਸ ਦੇ ਨਾਲ ਹੀ ਜਾਣਨਾ ਚਾਹਾਂਗੇ, ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਸੀ ਉਹ ਕਦੋਂ ਖੋਲ੍ਹਿਆ ਗਿਆ ਸੀ, ਉਦੋਂ ਕੀ ਕੁਝ ਹੋਇਆ ਸੀ? ਅਸਲ ਦੇ ਵਿੱਚ ਲਾਂਘਾ ਤਾਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਸੀ। 1469 ਤੋਂ ਬਾਅਦ 2019 ਜਿਹੜਾ 550 ਸਾਲਾ ਆਉਂਦਾ, 2019 ਦੇ ਨਵੰਬਰ ਦੇ ਵਿੱਚ ਇਹ ਲਾਂਘਾ ਖੁੱਲ੍ਹਿਆ ਸੀ। ਉਦੋਂ ਲੋਕਾਂ ਦੇ, ਦੁਨੀਆ ਭਰ ਦੇ ਲੋਕਾਂ ਦਾ, ਪਾਕਿਸਤਾਨ ਦੀ ਗੌਰਮੈਂਟ ਵੱਲੋਂ ਪਹਿਲ ਕਦਮੀ ਕੀਤੀ, ਬਾਕੀ ਦੇ ਲੋਕਾਂ ਨੇ ਸਾਰਿਆਂ ਨੇ ਆਵਾਜ਼ ਉਠਾਈ ਕਿ ਹਾਂ ਲਾਂਘਾ ਇਸ ਘੱਟੋ ਘੱਟ 550 ਸਾਲਾਂ 'ਤੇ ਜ਼ਰੂਰ ਖੁੱਲ੍ਹਣਾ ਚਾਹੀਦਾ। ਔਰ ਜਦੋਂ ਖੁੱਲ੍ਹ ਗਿਆ ਤਾਂ ਲੋਕਾਂ ਦੇ ਵਿੱਚ ਖੁਸ਼ੀ ਵੀ ਬਹੁਤ ਸੀ, ਕਿਉਂਕਿ ਜਿਹੜੇ ਲੋਕ ਦੇਸ਼ ਵਿਦੇਸ਼ 'ਚ ਬੈਠੇ ਅਰਦਾਸ ਬਾਰ-ਬਾਰ ਕਰਦੇ ਰਹੇ ਕਿ ਉਹ ਗੁਰਧਾਮਾਂ ਦੇ ਦਰਸ਼ਨ ਇਸ਼ਨਾਨ, ਉਹਨਾਂ ਨੂੰ ਆਪਣਾ ਸੁਪਨਾ ਜਿਹੜਾ ਕਾਫੀ ਦੇਰ ਤੋਂ ਇੱਕ ਪੂਰਾ ਹੁੰਦਾ ਨਜ਼ਰ ਆਇਆ। ਪਰ ਉਹ ਹਾਲਾਂਕਿ ਉਹ ਲਾਂਘਾ ਜਦ ਤੋਂ ਖੁੱਲ੍ਹਿਆ ਸੀ ਉਦੋਂ ਤੋਂ ਵੀ ਕਈ ਸਮੱਸਿਆਵਾਂ ਆਉਂਦੀਆਂ ਰਹੀਆਂ ਨੇ। ਕਦੇ ਤਲਾਸ਼ੀਆਂ ਕਰਨ ਦੀ ਗੱਲ, ਕਦੇ ਇੰਟੈਲੀਜੈਂਸ ਉਹਨਾਂ ਦੇ ਘਰਾਂ ਤੱਕ ਆਉਣ ਦੀ ਗੱਲ, ਕਦੇ ਜੇ ਛੋਟਾ ਬੱਚਾ ਨਾਲ ਲੈ ਗਏ, ਉਹਦਾ ਪਾਸਪੋਰਟ ਸਮੇਂ ਸਿਰ ਉਹਦਾ ਨਾਲ ਨਹੀਂ ਹੈ ਤਾਂ ਉਹਨੂੰ ਇਕੱਲੇ ਨੂੰ ਅਲੱਗ ਰੱਖੋ, ਤੁਸੀਂ ਚਲੇ ਜਾਓ। ਉਹ ਆਪਣੇ ਲੈਵਲ ਦੀਆਂ ਸਮੱਸਿਆਵਾਂ ਸੀ, ਉਹਨਾਂ ਨੂੰ ਠੀਕ ਹੌਲੀ ਹੌਲੀ ਗ੍ਰੈਜੂਅਲੀ ਕਰਨਾ ਸੀ। ਪਰ ਇਨ ਦੀ ਮੀਨ ਟਾਈਮ ਕੋਵਿਡ ਆਇਆ ਅਤੇ ਕੋਵਿਡ ਦੇ ਦੌਰਾਨ ਤੁਸੀਂ ਉਹ ਬੰਦ ਕਰਤਾ ਕਰੋ, ਉੱਥੇ ਜਾਣਾ ਆਉਣਾ ਵੀ ਜਿਵੇਂ ਬਾਕੀ ਦੀ ਜਗ੍ਹਾ ਜੀ। ਹੁਣ ਕਾਫੀ ਲੰਮੇ ਸਮੇਂ ਤੋਂ ਇੰਟਰਨੈਸ਼ਨਲ ਫਲਾਈਟਾਂ ਵੀ ਚੱਲੀਆਂ, ਬਲਕਿ ਊਂ ਤਾਂ ਆਦਾਨ ਪ੍ਰਦਾਨ ਚੱਲਣਾ ਹੀ, ਇੱਥੇ ਤਾਂ ਫਲਾਈਟ ਨਾਲ ਨਹੀਂ ਜਾਣਾ, ਇੱਥੇ ਤਾਂ ਤੁਰ ਕੇ ਜਾਂ ਬੱਸ ਦੇ ਵਿੱਚ ਚਲੇ ਜਾਣਾ, ਉਹ ਵੀ ਕੋਈ ਗੱਲ ਨਹੀਂ ਸੀ। ਅਤੇ ਇਹ ਬੜੀ ਦੇਰ ਨਾਲ ਬਾਕੀ ਰਿਲੀਜੀਅਸ ਜਿਹੜੇ ਇਕੱਠ ਨੇ, ਧਾਰਮਿਕ ਇਕੱਠ ਨੇ ਦੇਸ਼ 'ਚ ਬਾਕੀ ਜਗ੍ਹਾ ਹੋ ਹੀ ਰਹੇ ਨੇ ਇਹ ਤੋਂ ਪਹਿਲਾਂ ਵੀ। ਬਿਲਕੁਲ। ਤਾਂ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜਿਹੜਾ ਹੁਣ ਇਹ ਖੋਲ੍ਹਣਾ ਚਾਹੁੰਦੇ ਨੇ, ਚਲੋ ਇੱਕ ਚੰਗੀ, ਇੱਕ ਵੈਲਕਮ, ਸਵਾਗਤਯੋਗ ਕਦਮ ਹੈ ਕਿ ਕੱਲ੍ਹ ਮਤਲਬ ਜਿਹੜਾ ਉਹ ਖੁੱਲ੍ਹੇਗਾ ਅਤੇ 18 ਨੂੰ ਪਹਿਲਾ ਜਥਾ ਜਿਹੜਾ ਉਹ ਜਾਏਗਾ ਮਤਲਬ ਪਾਕਿਸਤਾਨ ਉੱਥੇ ਦਰਸ਼ਨ ਕਰਨ ਦੇ ਵਾਸਤੇ। ਹੁਣ ਇੱਕ ਗੱਲ ਤੁਹਾਡੇ ਸਰਕਾਰਾਂ ਦੇ ਵਿੱਚ ਹੁੰਦੀ ਹੈ, ਸਰਕਾਰਾਂ ਆਪਣੇ ਫੈਸਲੇ ਕਰਦੀਆਂ ਨੇ, ਤਾਂ ਹਰ ਗੱਲ ਲਈ ਸਰਕਾਰ ਨੂੰ ਜਗਾਉਣਾ ਕਿਉਂ ਪੈਂਦਾ? ਤੁਹਾਡੇ ਜਿੰਨੇ ਮਾਮਲੇ ਜਿਹੜੇ ਤੁਸੀਂ ਆਪਣੇ ਗੱਲ ਕਰਦੇ ਉਦੋਂ ਤਾਂ ਲੋਕਾਂ ਦੇ ਵਿਰੋਧ ਦੇ ਬਾਵਜੂਦ ਦੱਕੀ ਜਾਂਦੇ ਹੋ ਕੰਮ ਜੀ। ਅਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਵਾਸਤੇ ਲੋਕਾਂ ਵੱਲੋਂ ਬਾਰ-ਬਾਰ ਮੰਗ ਕਰਨੀ ਦੀ ਸ਼ੁਰੂਆਤ ਕੀਤੀ ਗਈ, ਉਦੋਂ ਫਿਰ ਨਹੀਂ ਖੋਲ੍ਹਿਆ। ਫਿਰ ਤੁਸੀਂ BJP ਦਾ ਇੱਕ ਡੈਪੂਟੇਸ਼ਨ ਮੰਗਾਇਆ ਜੀ, ਜਿਹੜਾ BJP ਦਾ ਡੈਪੂਟੇਸ਼ਨ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ, ਰੱਖਿਆ ਮੰਤਰੀ ਨੂੰ, ਸਭ ਨੂੰ ਮਿਲਦਾ। ਫਿਰ ਤੁਸੀਂ ਸਿਰਾ ਉਹਦੇ ਰਾਹ ਬਣਨਾ ਵੀ ਹਾਂ ਹੁਣ ਤੁਸੀਂ ਸਾਡੇ ਤੋਂ ਮੰਗ ਕੀਤੀ ਹੈ ਅਤੇ ਹੁਣ ਅਸੀਂ ਖੋਲ੍ਹ ਦੇਣਾ ਚਾਹੁੰਦੇ ਹਾਂ। ਐਡੀ ਸਸਤੀ ਅਤੇ ਹੋਸ਼ੀ ਸਿਆਸਤ ਜਿਹੜੀ ਹੈ, ਮੈਨੂੰ ਲੱਗਦਾ
ਇਹ ਕੱਦ ਨਾਪਦੀ ਆ ਲੀਡਰਾਂ ਦਾ ਕਿ ਉਹ ਕਿੱਡੇ ਕੁ ਕੱਦ ਦੇ ਤੇ ਕਿੱਡੇ ਕੁ ਸਟੇਟਸਮੈਨ ਹੈ ਨੇ ਜਾਂ ਬੌਨੇ ਕੱਦ ਦੇ ਲੋਕ ਨੇ ਦਿਮਾਗੀ ਤੌਰ ਤੇ ਹਰ ਧਾਰਮਿਕ ਤੇ ਹਰ ਜਜ਼ਬਾਤੀ ਚੀਜ਼ ਦੇ ਵਿੱਚੋਂ ਸਿਆਸਤ ਕੱਢਣ ਦਾ ਜਿਹੜਾ ਇੱਕ ਤਰੀਕਾ ਹੈ ਸਾਡੇ ਦੇਸ਼ ਦੇ ਵਿੱਚ, ਇਹ ਬੜਾ ਖਤਰਨਾਕ ਹੈ ਤੇ ਬਿਨਾਂ ਮਤਲਬ ਸਿਹਰਾ ਦੇਣ ਦਾ ਜਿਹੜਾ ਤਰੀਕਾ ਹੈ ਖਤਰਨਾਕ ਹੈ। ਇਸੇ ਕਰਕੇ ਇਹ ਚੀਜ਼ ਨੂੰ ਉਸ ਗੱਲ ਤੋਂ ਦੇਖਣਾ ਚਾਹੀਦਾ। ਲੱਗਦਾ ਇਹ ਹੈ ਕਿ ਮੈਸੇਜ ਇਹ ਦੇ ਰਿਹਾ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਹੈ, ਦੋਨੇ ਦੇਸ਼ਾਂ ਦੇ ਤੇ ਬਾਕੀ ਦੇ ਦੇਸ਼ਾਂ ਦੇ, ਖਾਸ ਤੌਰ ਤੇ ਦੱਖਣੀ ਏਸ਼ੀਆ ਦੇ ਵਿੱਚ ਇੱਕ ਭਾਵਨਾ ਹੈ ਕਿ ਲੋਕ ਆਪਸ 'ਚ ਮਿਲਣਾ ਚਾਹੁੰਦੇ ਨੇ ਜੀ। ਉਹ ਭਾਵਨਾ ਦੀ ਕਦਰ ਕਰਦੇ ਹੋਏ ਹੁਣ ਲਾਂਘਾ ਤਾਂ ਖੋਲ੍ਹ ਹੀ ਦਿੱਤਾ, ਗੱਲਬਾਤ ਅੱਗੇ ਬਾਰਡਰ ਖੋਲ੍ਹਣ ਦੀ ਵੀ ਚਲਾਓ ਤਾਂ ਕਿ ਵਪਾਰ ਵਧੇ, ਤਾਂ ਕਿ ਰੁਜ਼ਗਾਰ ਵਧੇ, ਤਾਂ ਕਿ ਉਦਯੋਗ ਤੇ ਹੋਰ ਸਾਰੇ ਲੋਕਾਂ ਨੂੰ ਫਾਇਦੇ ਹੋਣ। ਤੇ ਉਹ ਜਿਹੜੀ ਝੂਠੀ ਲੜਾਈ ਇੱਕ ਟਾਈਪ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਨਾਲ ਦੋਨੇ ਦੇਸ਼ਾਂ ਦਾ ਸਵਾਲ ਹੈ। ਪਾਕਿਸਤਾਨ ਦੀ ਗੌਰਮੈਂਟ ਨੂੰ ਵੀ ਇਕੱਲਾ ਇਹ ਨਹੀਂ ਵੀ ਕਰਤਾਰਪੁਰ ਸਾਹਿਬ ਕੋਰੀਡੋਰ 'ਚ ਤੱਕ ਕੋਈ ਗੌਰਮੈਂਟ ਫਸਦੀ ਹੈ ਭਾਰਤ ਜੇਕਰ ਉਹ ਨਹੀਂ ਖੋਲ੍ਹਦੀ, ਬਾਕੀ ਮਾਮਲਿਆਂ 'ਤੇ ਵੀ ਉਹਨਾਂ ਦਾ ਰੁਖ, ਆਪਣੇ ਰੁਖ 'ਚ ਵੀ ਤਬਦੀਲੀ ਪਾਕਿਸਤਾਨ ਨੂੰ ਵੀ ਕਰਨੀ ਚਾਹੀਦੀ ਹੈ ਕਿ ਲੜਾਈ ਨਹੀਂ ਹੁਣ, ਛੇੜਛਾੜ ਅੰਦਰ ਖਾਤੇ ਦੋਨੇ ਤਰ੍ਹਾਂ ਬੰਦ ਕਰਨ ਤੇ ਸਿੱਧੇ ਤੌਰ ਤੇ ਜੋ ਸਮੱਸਿਆਵਾਂ ਨੇ ਉਹਨੂੰ ਮਿਲ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਦੋਨੇ ਦੇਸ਼ਾਂ ਦੇ ਵਿੱਚ ਜਿਹੜੀ ਭੁੱਖਮਰੀ ਹੈ, ਗਰੀਬੀ ਹੈ, ਬੇਰੁਜ਼ਗਾਰੀ ਹੈ, ਉਹਨੂੰ ਕੋਈ ਨਾ ਕੋਈ ਠੱਲ ਪਾਈ ਜਾ ਸਕੇ ਜੀ। ਹਮੀਰ ਜੀ, ਇਹ ਤਾਂ ਸੀ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ, ਪਰ ਅਸੀਂ ਹੁਣ ਗੱਲ ਕਰਨਾ ਚਾਹਾਂਗੇ ਲਖੀਮਪੁਰ ਖੀਰੀ ਘਟਨਾ ਦੀ, ਵੀ ਕਿ ਲਖੀਮਪੁਰ ਖੀਰੀ ਘਟਨਾ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਆਸ਼ੀਸ਼ ਮਿਸ਼ਰਾ ਜਿਹੜੇ ਨੇ, ਅਜੇ ਮਿਸ਼ਰਾ ਦੇ ਪੁੱਤਰ ਨੇ, ਉਹਦੇ ਅੱਜ ਜ਼ਮਾਨਤ ਅਰਜੀ ਜਿਹੜੀ ਹੈਗੀ ਰੱਦ ਕਰ ਦਿੱਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਉਸ ਮਾਮਲੇ ਦੀ ਜਾਂਚ ਹੁਣ ਤੱਕ ਕਿੱਥੇ ਪਹੁੰਚੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕ ਰਿਟਾਇਰਡ ਜੱਜਾਂ ਦੀ ਨਿਗਰਾਨੀ ਹੇਠ ਜਿਹੜੀ ਜਾਂਚ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਸੀ, ਉਸ 'ਤੇ ਯੂਪੀ ਸਰਕਾਰ ਦਾ ਸਟੈਂਡ ਕੀ ਰਿਹਾ? ਉਹਦੇ 'ਚ ਇਹ ਹੈ ਵੀ ਜਿਹੜਾ ਲਖੀਮਪੁਰ ਖੀਰੀ 3 ਅਕਤੂਬਰ ਨੂੰ ਵਾਪਰੀ ਹੋਈ ਘਟਨਾ ਹੈ, ਜਦੋਂ ਕਿਸਾਨ ਤੇ ਪੱਤਰਕਾਰ ਦਰੜੇ ਗਏ ਤੇ ਉਹਦੇ 'ਚ ਕੁਝ ਬੀਜੇਪੀ ਦੇ ਵੀ 3 ਬੰਦਿਆਂ ਦੀ ਮੌਤ ਹੋਈ। ਉਹ ਇੱਕ ਬੜੇ ਵੱਡੇ ਮੁੱਦੇ ਦੇ ਤੌਰ ਤੇ ਬਣਿਆ। ਮੁੱਦੇ ਦੇ ਤੌਰ ਤੇ ਇਸ ਕਰਕੇ ਬਣਿਆ ਉਹ ਕਿ ਇਹ ਸੁਭਾਵਕ ਤੇ ਸਡਨ ਵਾਪਰੀ ਘਟਨਾ ਨਹੀਂ ਸੀ, ਇਹ ਡਿਜ਼ਾਈਨ ਦੇ ਰੂਪ ਦੇ ਵਿੱਚ ਸੋਚੀ ਸਮਝੀ ਘਟਨਾ ਮੰਨਿਆ ਗਿਆ, ਕਿਉਂਕਿ ਕਿਸਾਨ ਪਿੱਛੋਂ ਤੁਰੇ ਜਾ ਰਹੇ ਸੀ, ਪਿੱਛੋਂ ਆ ਕੇ ਗੱਡੀਆਂ ਚੜਾਉਣ ਦਾ ਜਿਹੜਾ ਮਤਲਬ ਹੈ। ਹੁਣ ਜਿਹੜੀ ਫੋਰੈਂਸਿਕ ਲੈਬ ਹੈ ਉਹਦੇ ਵਿੱਚ ਇਹ ਵੀ ਗੱਲ ਕਲੀਅਰ ਹੋ ਗਈ ਹੈ ਕਿ ਮੰਤਰੀ ਦਾ ਜਿਹੜਾ ਮੁੰਡਾ ਆਸ਼ੀਸ਼ ਮਿਸ਼ਰਾ ਤੇ ਉਹਦੇ ਨਾਲ ਦੇ ਹੋਰ ਬੰਦੇ, ਉਹਨਾਂ ਦੀਆਂ ਰਾਈਫਲਾਂ 'ਚੋਂ ਗੋਲੀਆਂ ਵੀ ਚੱਲੀਆਂ ਨੇ। ਪਹਿਲਾਂ ਤਾਂ ਮੰਨਦੇ ਨਹੀਂ ਸੀ ਕਿ ਉਹ ਜਗ੍ਹਾ 'ਤੇ ਨਹੀਂ, ਪਹਿਲਾਂ ਮੰਤਰੀ ਨੇ ਤੇ ਆਸ਼ੀਸ਼ ਨੇ ਦੋਨਾਂ ਨੇ ਬਿਆਨ ਦਿੱਤੇ ਕਿ ਘਟਨਾ, ਮੈਂ ਤਾਂ ਉੱਥੇ ਸੀ ਜਿੱਥੇ ਪ੍ਰੋਗਰਾਮ ਚੱਲ ਰਿਹਾ ਸੀ, ਮੈਂ ਇਸ ਘਟਨਾ 'ਤੇ ਨਹੀਂ ਸੀ। ਪਰ ਪੁਲਿਸ ਦੀ ਜਾਂਚ ਦੇ ਵਿੱਚ ਇਹ ਆਉਂਦਾ ਰਿਹਾ ਕਿ ਉਹਦੇ ਮੋਬਾਈਲ ਉਹਨਾਂ ਦੇ ਉੱਥੇ ਘੁੰਮਦੇ ਦੇਖੇ ਗਏ, ਮਤਲਬ ਰੇਂਜ ਹੁੰਦੀ ਆ, ਰੇਂਜ ਉਸ ਪਾਰਟੀਕੂਲਰ ਸਮੇਂ ਦੇ ਵਿੱਚ। ਔਰ ਇਹ ਵੀ ਪੁਲਿਸ ਵੱਲੋਂ ਸੂਚਨਾ ਆਈ ਕਿ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਇਸ ਗੱਲ ਦਾ ਕਿ ਤੂੰ ਉਸ ਸਮੇਂ ਕਿੱਥੇ ਸੀ, ਉਸ ਟੈਨਰ ਦੇ ਵਿੱਚ ਜੀ। ਇਸੇ ਕਰਕੇ ਇੱਕ ਪ੍ਰੈਸ਼ਰ ਸੀ ਕਿਸਾਨਾਂ ਦਾ ਵੀ, ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਐਕਸ਼ਨ ਹੋ ਰਹੇ ਨੇ ਉਹਨਾਂ ਦਾ ਵੀ, ਤੇ ਉਦੋਂ ਵੀ ਵੱਡਾ ਸੁਪਰੀਮ ਕੋਰਟ ਦਾ, ਕਿਉਂਕਿ ਸੁਪਰੀਮ ਕੋਰਟ ਨੇ ਨੋਟਿਸ ਲਿਆ, ਉਹ ਲਗਾਤਾਰ ਉਹਦੇ 'ਤੇ ਸੁਣਵਾਈ ਕਰ ਰਹੀ ਹੈ। ਸੁਣਵਾਈ ਕਰਦੇ ਦੌਰਾਨ ਲਗਾਤਾਰ ਟਿੱਪਣੀਆਂ ਵੀ ਕਰ ਰਹੀ ਹੈ। ਤੇ ਕਿਸਾਨ ਮੋਰਚਾ ਤਾਂ ਸ਼ੁਰੂ ਤੋਂ ਇਹ ਕਹਿ ਰਿਹਾ ਕਿ ਜਿੰਨਾ ਚਿਰ ਅਜੇ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ 'ਤੇ ਹੈ, ਉਹਨਾਂ 'ਚ ਨਿਰਪੱਖ ਜਾਂਚ ਕਿਵੇਂ ਕੀਤੀ ਜਾ ਸਕਦੀ ਹੈ। ਬਿਲਕੁਲ। ਤੇ ਸੁਪਰੀਮ ਕੋਰਟ ਨੇ 3 ਵਾਰ ਲਗਾਤਾਰ ਯੂਪੀ ਸਰਕਾਰ ਨੂੰ ਇਹ ਕਹਿਤਾ ਕਿ ਸਾਨੂੰ ਨਹੀਂ ਲੱਗਦਾ ਕਿ ਤੁਹਾਡੀ ਮਾਨਸਿਕਤਾ ਇਸ ਕੇਸ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੀ ਹੈ। ਤੁਸੀਂ ਇਹਨੂੰ ਟਾਲਾ ਵੱਟ ਰਹੇ ਹੋ ਤੇ ਤੁਸੀਂ ਇਹਨੂੰ ਸੁਸਤ ਰਫ਼ਤਾਰ ਚਲਾ ਰਹੇ ਹੋ ਤੇ ਤੁਸੀਂ ਕੇਸ ਦਾ ਨਿਰਣਾ ਨਹੀਂ ਕਰਨਾ ਚਾਹੁੰਦੇ। ਇਸੇ ਕਰਕੇ ਸੁਪਰੀਮ ਕੋਰਟ ਨੇ ਇੱਕ ਪ੍ਰਪੋਜ਼ਲ ਦਿੱਤੀ, ਇੱਕ ਤਜਵੀਜ਼ ਦਿੱਤੀ ਕਿ ਇਹ ਕਰ ਲਓ ਫਿਰ ਕਿ ਅਸੀਂ ਜਿਹੜੀ SIT ਬਣੀ ਹੋਈ ਹੈ ਉਹਦੀ ਦੇਖ ਰੇਖ ਵਾਸਤੇ ਜਿਹੜੀ ਯੂਪੀ ਦੀ ਹਾਈ ਕੋਰਟ ਦੇ ਸਾਬਕਾ ਜੱਜ ਦੀ ਨਿਆਇਕ ਜਾਂਚ ਹੈ, ਇਹਦੀ ਬਜਾਏ ਕਿਸੇ ਹੋਰ ਬਾਹਰਲੀ ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਦੀ ਨਿਗਰਾਨੀ ਲਾਵਾਂਗੇ। ਔਰ ਉਹਨੇ IPS ਅਫਸਰਾਂ ਦਾ ਇੱਕ ਉਹ ਵੀ ਮੰਗਿਆ ਹੋਇਆ ਪੈਨਲ ਯੂਪੀ ਸਰਕਾਰ ਤੋਂ, ਜਿਹੜੇ ਨਾਲ ਉਹਦੇ 'ਚ ਲੱਗਣਗੇ। ਤੇ ਇਸ ਪ੍ਰੈਸ਼ਰ ਦੇ ਵਿੱਚ ਮੈਨੂੰ ਲੱਗਦਾ ਕਿ ਉਹਦਾ ਇਹ 2 ਜੱਜਾਂ ਦੇ ਨਾਮ ਵੀ ਆਏ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੇ, ਜਸਟਿਸ ਰਣਜੀਤ ਸਿੰਘ ਦਾ ਤੇ ਰਕੇਸ਼ ਜੈਨ ਦਾ। ਉਹ ਸਾਰੇ ਮਾਮਲੇ 'ਚ ਅੱਜ ਖਬਰਾਂ ਆ ਰਹੀਆਂ ਨੇ ਕਿ ਯੂਪੀ ਸਰਕਾਰ ਨੇ ਕਿਹਾ ਵੀ ਚਲੋ ਤੁਸੀਂ ਬਾਹਰਲੇ ਜੱਜ ਦੀ ਨਿਗਰਾਨੀ 'ਚ ਕਰਾ ਲਓ। ਹੁਣ ਇਹ ਸੁਪਰੀਮ ਕੋਰਟ 'ਤੇ ਡਿਪੈਂਡ ਕਰਦਾ ਕਿ ਉਹ ਕਿਹੋ ਜਿਹਾ ਜੱਜ ਹੈ ਜਿਹਨੂੰ ਲਾਉਣਗੇ, ਸੁਪਰੀਮ ਕੋਰਟ ਲਾਏਗੀ, ਉਹਦੀ ਨਿਗਰਾਨੀ ਹੇਠ ਜੈਨੂਅਨ ਜਾਂਚ ਹੋ ਕੇ ਇਨਸਾਫ ਤੱਕ ਪਹੁੰਚੇਗੀ ਤਾਂ ਇਹੋ ਜਿਹੀਆਂ ਗੱਲਾਂ ਤੋਂ ਉਮੀਦ ਬਣਦੀ ਹੈ। ਕਿਉਂਕਿ ਜਿਹੜਾ ਰੁਖ ਸੁਪਰੀਮ ਕੋਰਟ ਦਾ ਥੋੜ੍ਹਾ ਜਿਹਾ ਸਖਤ ਨਜ਼ਰ ਆਉਂਦਾ, ਜੇ ਬਰਕਰਾਰ ਰਹਿੰਦਾ, ਜੇਕਰ ਉਹ ਜਸਟਿਸ ਜਿਹਦੀ ਅਗਵਾਈ ਇਹ ਕਹਿੰਦੇ ਨੇ ਉਹ ਬਰਕਰਾਰ ਰਹਿੰਦੀ ਹੈ, ਉਹਦੀ ਸੁਪਰਵਿਜ਼ਨ ਉਸ ਪੱਧਰ ਦੇ ਉੱਤੇ, ਤੇ ਦੋਸ਼ੀਆਂ ਨੂੰ ਸਜ਼ਾ ਹੁੰਦੀ ਹੈ ਤੇ ਦੂਜਿਆਂ ਨੂੰ ਇਨਸਾਫ ਮਿਲਦਾ ਜਿਹੜੇ ਪੀੜਤ ਨੇ, ਤਾਂ ਇਹ ਇੱਕ ਜਿੱਤ ਹੋਏਗੀ ਲੋਕਾਂ ਦੇ ਵੀ,
ਸੰਯੁਕਤ ਕਿਸਾਨ ਮੋਰਚੇ ਦੀ ਵੀ ਤੇ ਸੁਪਰੀਮ ਕੋਰਟ ਦੇ ਦਖਲ ਦੀ ਵੀ ਲੋਕ ਸਵਾਗਤ ਕਰਨਗੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਦ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।